Hello dear students, very good morning to all of you. ਬੇਟਾ ਅੱਜ ਜਿਹੜਾ ਟੌਪਿਕ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ that is alloys ਜਿਹਨੂੰ ਅਸੀਂ ਪੰਜਾਬੀ 'ਚ ਮਿਸ਼ਰਤ ਧਾਤ ਕਹਿੰਦੇ ਆ। ਬੇਟਾ alloys ਦੇ ਨਾਮ ਤੋਂ ਹੀ ਜਾਂ ਪੰਜਾਬੀ 'ਚ ਮਿਸ਼ਰਤ ਧਾਤ ਦੇ ਨਾਮ ਤੋਂ ਹੀ ਉਹਦੀ ਕਲੈਰਿਟੀ ਹੋ ਜਾਂਦੀ ਹੈ ਕਿ ਮਿਸ਼ਰਤ ਕਰਕੇ ਕਿਹਨੂੰ ਮਿਸ਼ਰਤ ਕਰਕੇ ਧਾਤਾਂ ਨੂੰ ਮਿਸ਼ਰਤ ਕਰਕੇ ਅਸੀਂ ਇੱਕ ਨਵੀਂ ਚੀਜ਼ ਬਣਾਉਂਦੇ ਆ। बेटा एक गल इत्थे क्लीयर मैं तुहानूं दसदा इहदी डेफिनेशन पढ़न तो पहले कि अलॉय मस्ट कंटेन अ मैटल। अलॉय च धात ते होएगी नाल अधात भी हो सकती है। डेफिनेशन तो बाद मैं इहदियां एग्जांपल्स तुहानूं देनी आ। सिंपल डेफिनेशन मैं लई है दो ਜਾਂ ਦੋ ਤੋਂ ਵੱਧ ਧਾਤਾਂ ਜਾਂ ਧਾਤ ਅਤੇ ਅਧਾਤ ਦੇ ਮਿਸ਼ਰਣ ਨੂੰ ਮਿਸ਼ਰਣ ਧਾਤ ਕਹਿੰਦੇ ਹਨ। ਜਾਂ ਫਿਰ ਆਪਾਂ ਇਹਨੂੰ ਕਹਿ ਸਕਦੇ ਹਾਂ ਐਨ ਅਲੋਏ ਇਜ਼ ਅ ਮੈਟਲ, कोई भी मेटल पेरेंट मेटल कंबाइंड विद अदर सबस्टांसिस रिजल्टिंग इन सुपीरियर प्रॉपर्टीज। बेटा प्रॉपर्टीज सुपीरियर दी जे मैं गल करा ते जिहड़ी मिश्रत धात है तैयार करन लई सब तो पहले आपां की करदे हां कि जिहड़ी मूल धात है यानी जिहड़ी पेरेंट मैटल है उहनूं पिघला लैंदे आ ਅਤੇ ਫਿਰ ਦੂਜੇ ਤੱਤ ਮੀਨਸ ਚਾਹੇ ਮੈਟਲ ਹੋਏ ਚਾਹੇ ਨॉन ਮੈਟਲ ਉਹ ਆਪਾਂ ਵਿੱਚ ਨਿਸ਼ਚਿਤ ਅਨੁਪਾਤ ਵਿੱਚ ਘੋਲ ਦਿੰਦੇ ਆ। ਨਿਸ਼ਚਿਤ ਮੀਨਸ ਨਿਸ਼ਚਿਤ ਮਤਲਬ ਕਿ ਜੇ ਕਿਸੇ 'ਚ 0.03% ਕੋਈ ਧਾਤ ਪੈਂਦੀ ਹੈ ਤਾਂ ਉਹ 0.03% ਹੀ ਪਏਗੀ। ਨਿਸ਼ਚਿਤ ਅਨੁਪਾਤ ਵਿੱਚ ਇਸ ਵਿੱਚ ਘੋਲ ਦਿੱਤਾ ਜਾਂਦਾ ਹੈ। ਜਿਹੜਾ ਪ੍ਰਾਪਤ ਸਾਨੂੰ ਮਿਸ਼ਰਣ ਮਿਲਦਾ ਹੈ ਉਸਨੂੰ ਅਸੀਂ ਕਮਰੇ ਦੇ ਤਾਪਮਾਨ ਤੇ ਠੰਡਾ ਕਰ ਲੈਂਦੇ ਹਾਂ। ਬੇਟਾ ਇਸ ਤਰ੍ਹਾਂ ਜਿਹੜੀ ਐਂਡ 'ਚ ਸਾਨੂੰ ਰਿਜ਼ਲਟ ਮਿਲਦਾ ਹੈ ਉਹ ਸਾਡਾ ਮਿਸ਼ਰਤ ਧਾਤ ਦਾ ਜਾਂ ਅਲੋਏ ਦਾ ਮਿਲਦਾ ਹੈ। ਅੱਗੇ ਗੱਲ ਕਰਦੇ ਹਾਂ ਐਗਜ਼ਾਮਪਲ ਦੀ। ਬੇਟਾ ਜਿਹੜੀ ਮਿਸ਼ਰਤ ਧਾਤ ਹੈ ਉਹ ਦੋ ਮੈਟਲਸ ਦੀ ਮਿਲ ਕੇ ਬਣ ਸਕਦੀ ਹੈ, ਤਿੰਨ ਮੈਟਲਸ ਦੀ ਮਿਲ ਕੇ ਬਣ ਸਕਦੀ ਹੈ, ਇੱਕ ਮੈਟਲ ਤੇ ਇੱਕ ਨॉन ਮੈਟਲ ਦੀ ਮਿਲ ਕੇ ਬਣ ਸਕਦੀ ਹੈ, ਯਾਨੀ ਇੱਕ ਧਾਤ ਤੇ ਇੱਕ ਅਧਾਤ ਦੀ ਮਿਲ ਕੇ ਬਣ ਸਕਦੀ ਹੈ। ਇੱਥੇ ਮੈਂ ਇੱਕ ਬਹੁਤ ਅੱਛੀ ਐਗਜ਼ਾਮਪਲ ਲੈ ਰਹੀ ਹਾਂ ਸਟੀਲ ਦੀ। ਆਮ ਰਸੋਈ 'ਚ ਜਿਹੜੇ ਬਰਤਨ ਤੁਸੀਂ ਵਰਤਦੇ ਹੋ ਦੈਟ ਇਜ਼ ਆਫ ਸਟੀਲ, ਔਰ ਇਹਦੇ 'ਚ ਇੱਕ ਧਾਤ ਹੁੰਦੀ ਹੈ ਆਇਰਨ ਔਰ ਇਹਦੇ 'ਚ ਅਧਾਤ ਜਿਹੜੀ ਮੌਜੂਦ ਹੈ ਦੈਟ ਇਜ਼ ਯੂਅਰ ਕਾਰਬਨ। ਠੀਕ ਹੈ ਬੇਟਾ, ਤਾਂ ਇਹਦਾ ਮਤਲਬ ਕਿ ਧਾਤ ਤਾਂ ਹੋਏਗੀ ਅਲੋਏ 'ਚ, ਅਧਾਤ ਵੀ ਹੋ ਸਕਦੀ ਹੈ, ਜਿਹਦੀ ਇੱਕ ਮੈਂ ਐਗਜ਼ਾਮਪਲ ਤੁਹਾਡੇ ਕੋਲ ਲੈ ਲਈ ਸਟੀਲ। ਅੱਗੇ ਬੇਟਾ ਸਾਨੂੰ ਕੀ ਪ੍ਰੋਬਲਮ ਆਉਂਦੀ ਹੈ? ਸਾਨੂੰ ਪ੍ਰੋਬਲਮ ਆਉਂਦੀ ਹੈ ਅਲੋਇਜ਼ ਨੂੰ ਲਰਨ ਕਰਨ 'ਚ। ਕਹਿਣਾ ਬਹੁਤ ਸੌਖਾ ਹੈ ਕਿ ਆਪਾਂ ਇੱਕ ਧਾਤ ਨੂੰ ਮਿਲਾ ਦਈਏ ਜਾਂ ਦੋ ਧਾਤਾਂ ਨੂੰ ਮਿਲਾ ਦਈਏ ਜਾਂ ਤਿੰਨ ਧਾਤਾਂ ਨੂੰ ਮਿਲਾ ਦਈਏ, ਬਟ ਅੱਜ ਮੈਂ ਜੋ ਤੁਹਾਡੇ ਨਾਲ ਟੌਪਿਕ ਡਿਸਕਸ ਕਰਨ ਜਾ ਰਹੀ ਹਾਂ ਬੇਸਿਕਲੀ ਮੈਂ ਟਿਪਸ ਐਂਡ ਟ੍ਰਿਕਸ ਟੂ ਲਰਨ ਅਲੋਇਜ਼ ਫॉर ਕੰਪੀਟੀਸ਼ਨ ਐਗਜ਼ਾਮਸ ਕਰਨ ਜਾ ਰਹੀ ਹਾਂ। ਕਈ ਵਾਰੀ ਅਸੀਂ ਅਲੋਇਜ਼ ਦੇ ਟੌਪਿਕ ਤੋਂ ਬਿਨਾਂ ਜਾਣੂ ਹੋਏ ਪੇਪਰ 'ਚ ਚਲੇ ਜਾਂਦੇ ਹਾਂ ਤੇ ਸਾਨੂੰ ਚਾਰ ਆਪਸ਼ਨਸ ਆ ਜਾਂਦੀਆਂ ਤੇ ਉਹਦੇ ਵਿੱਚ ਇੱਕ ਆਪਸ਼ਨ ਸਾਨੂੰ ਆਂਦੀ ਹੈ ਕਿ ਫਰੋਮ ਦਾ ਫੋਲੋਇੰਗ ਜਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਮਰਕਰੀ ਦਾ ਅਲੋਏ ਹੈ, ਕਿਹੜਾ ਪਾਰੇ ਦਾ ਅਲੋਏ ਹੈ। ਤੇ ਆਪਸ਼ਨਸ ਹੁੰਦੀਆਂ ਬ੍ਰਾਸ, ਬ੍ਰੌਂਜ਼, ਫਿਰ ਜੇ ਮੈਂ ਕਹਿਦਾ ਤਾਂ ਆਪਸ਼ਨ ਹੋ ਸਕਦੀ ਹੈ ਜ਼ਿੰਕ, ਅਮਲਗਮ ਔਰ ਨਨ ਆਫ ਥੀਸ ਔਰ ਆਲ ਆਫ ਥੀਸ। ਬੇਟਾ ਜਿਸ ਵਰਡ ਦੇ ਨਾਲ ਅਮਲਗਮ ਲੱਗ ਗਿਆ, ਅਮੈਲਗਮ, ਉਹਦਾ ਅੱਖਾਂ ਬੰਦ ਕਰਕੇ ਲਿਖ ਦੋ ਕਿ that is known as mercury alloys। ਜੇਕਰ ਮਿਸ਼ਰਤ ਧਾਤ ਵਿੱਚ ਇੱਕ ਧਾਤ ਪਾਰਾ ਜਾਂ ਮਰਕਰੀ ਹੈ ਤਾਂ ਉਸ ਧਾਤ ਨੂੰ ਪਾਰਾ ਧਾਤ ਮਿਸ਼ਰਣ ਜਾਂ ਐਮਲਗਮ ਕਹਿੰਦੇ ਹਾਂ। ਜੇ ਤੁਸੀਂ ਭੁੱਲ ਵੀ ਗਏ ਹੋ ਅਲੋਇਜ਼ ਦਾ ਟੌਪਿਕ ਪੜ੍ਹਨਾ ਤੇ ਜੇ ਤੁਸੀਂ ਅਮਲਗਮ ਵਰਡ ਦੇਖਿਆ ਤਾਂ ਯੂ ਜਸਟ ਟੇਕ ਔਨ ਮਰਕਰੀ ਕਿ ਅਮਲਗਮ ਵਰਡ ਲਿਖਿਆ ਹੈ ਇਹਦਾ ਮਤਲਬ ਇਹ ਮਰਕਰੀ ਦਾ ਅਲੋਏ ਹੈ। ਆਈ ਥਿੰਕ ਆਹ ਟਿਪ ਤੁਹਾਨੂੰ ਯਾਦ ਹੋ ਗਈ। ਨੈਕਸਟ ਜਿਹੜਾ ਮੈਂ ਕਾਮਨ, ਬਿਲਕੁਲ ਕਾਮਨ ਜੇ ਮੈਂ ਲਏ ਹੈ ਅਲੋਇਜ਼ ਜਿਹੜੇ ਡੇਲੀ ਲਾਈਫ 'ਚ ਯੂਜ਼ ਹੁੰਦੇ ਆ, ਜਿਨ੍ਹਾਂ ਦੇ ਯੂਜ਼ਸ ਬਹੁਤ ਪੁੱਛੇ ਜਾਂਦੇ ਹਨ ਨਾ, ਤੇ ਜੇ ਮੈਂ ਗੱਲ ਕਰਾਂ ਤੇ ਇਹਦਾ ਬਹੁਤ ਯੂਜ਼ ਪੁੱਛਿਆ ਜਾਂਦਾ ਬ੍ਰਾਸ ਦਾ। ਬੜਾ ਆਸਾਨੀ ਨਾਲ ਸੁਣਿਆ ਹੋਣਾ ਤੁਸੀਂ ਪੁਰਾਣੇ ਜ਼ਮਾਨੇ 'ਚ ਪਿੱਤਲ ਦੇ ਭਾਂਡੇ ਵਰਤੇ ਜਾਂਦੇ ਸੀ। ਵਟ ਇਜ਼ ਪਿੱਤਲ? ਪਿੱਤਲ ਇਜ਼ ਬ੍ਰਾਸ। ਪੀਤਲ ਹਿੰਦੀ 'ਚ ਆਪਾਂ ਕਹਿੰਦੇ ਪੀਤਲ। ਇਟ ਇਜ਼ ਮੇਡ ਅਪ ਆਫ ਟੂ ਮੈਟਲਸ ਜਿਹੜੇ ਕੀ ਹੈ ਕਾਪਰ ਤੇ ਜ਼ਿੰਕ। ਪਰ ਹੁਣ ਇਹਨੂੰ ਯਾਦ ਕਿੱਦਾਂ ਕਰਨਾ? ਜਦੋਂ 5-6 ਅਲੋਇਜ਼ ਯਾਦ ਕੀਤੇ ਤਾਂ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਬੇਟਾ ਇੱਕ ਗੱਲ ਯਾਦ ਰੱਖਿਓ ਕਿ ਬਿਕੋਜ਼ ਦਾ ਸਪੈਲਿੰਗ ਹੁੰਦਾ BECAUSE। ਅੱਜ ਕੱਲ੍ਹ ਸਾਰੇ ਜਾਣੇ ਸੋਸ਼ਲ ਮੀਡੀਆ ਤੇ ਹੋ, ਭਾਵੇਂ 10th 'ਚ ਪੜ੍ਹ ਰਹੇ ਹੋ, ਭਾਵੇਂ +1 'ਚ ਪੜ੍ਹ ਰਹੇ ਹੋ, ਭਾਵੇਂ +2 'ਚ ਪੜ੍ਹ ਰਹੇ ਹੋ,
ਅੱਜਕੱਲ ਸੋਸ਼ਲ ਮੀਡੀਆ ਤੇ ਬਿਕੋਜ਼ ਨੂੰ ਇਦਾਂ ਲਿਖਿਆ ਜਾਂਦਾ ਜੀ, BCUZ। ਤੇ ਇੱਥੋਂ ਹੀ ਆਪਾਂ ਆਪਣਾ ਬ੍ਰਾਸ ਯਾਦ ਕਰਨਾ ਜੀ। B ਫॉर ਆਰ ਕੀ ਹੈ ਸਾਡੇ ਅਲੋਏ ਦਾ ਨਾਮ? B ਫॉर ਆਰ ਬ੍ਰਾਸ, ਠੀਕ ਹੈ ਜੀ। ਇੱਥੋਂ ਹੀ ਆਪਾਂ ਯਾਦ ਕਰਨਾ ਹੈ। CU ਇਜ਼ ਫॉर ਆਪਣਾ ਕਾਪਰ ਤੇ ਵਟ ਇਜ਼ Z? Z ਇਜ਼ ਜ਼ਿੰਕ। ਮਤਲਬ ਤੁਸੀਂ ਜਦੋਂ ਬ੍ਰਾਸ ਨੂੰ ਯਾਦ ਕਰਨਾ, ਤੁਸੀਂ ਬ੍ਰਾਸ ਨੂੰ ਨਹੀਂ ਯਾਦ ਕਰਨਾ, ਤੁਸੀਂ ਕਿਹਨੂੰ ਯਾਦ ਕਰਨਾ? ਬਿਕੋਜ਼ ਨੂੰ। B is for brass, CU for copper and ZN for zinc। ਹੋਪ ਕਰਦੀ ਹਾਂ ਕਿ ਤੁਹਾਨੂੰ ਆ ਸੈਕਿੰਡ ਟਿਪ ਵੀ ਸਮਝ ਆ ਗਈ ਹੈ ਟੂ ਲਰਨ ਦਾ ਅਲੋਏ ਬ੍ਰਾਸ। ਹੁਣ ਬ੍ਰਾਸ ਦੇ ਯੂਜ਼ ਦੀ ਗੱਲ ਕਰੀਏ ਤਾਂ ਬ੍ਰਾਸ ਬੇਟਾ ਯੂਜੂਲੀ ਯੂਜ਼ ਹੁੰਦਾ ਹੈ ਮਿਊਜ਼ੀਕਲ ਇੰਸਟਰੂਮੈਂਟ 'ਚ। ਮੈਂ ਜਿੱਦਾਂ ਤੁਹਾਨੂੰ ਪੁਰਾਣੇ ਜ਼ਮਾਨੇ 'ਚ ਦੱਸਿਆ ਕਿ ਤੁਹਾਡੇ ਜਿਹੜੇ ਬਜ਼ੁਰਗ ਸੀ ਉਹ ਪਿੱਤਲ ਦੇ ਭਾਂਡੇ ਬਹੁਤ ਵਰਤਦੇ ਸੀ, ਤੇ ਫਿਰ ਜ਼ਿਆਦਾ ਪੰਪ ਪਾਰਟਸ ਹੋ ਜਾਂਦਾ ਹੈ। ਮਤਲਬ ਬਹੁਤ ਸਾਰੇ ਇਹਦੇ ਯੂਜ਼ਸ ਹੈ ਜਿਹਦੇ ਵਿੱਚ ਤੁਹਾਡਾ ਬ੍ਰਾਸ ਯੂਜ਼ ਹੁੰਦਾ ਹੈ। ਮਤਲਬ ਜਿਹਨੂੰ ਆਪਾਂ ਕਹਿੰਦੇ ਆ ਕਿ ਜਿੱਦਾਂ ਮਿਸ਼ਰਤ ਧਾਤ, ਜਿਹੜੀ ਜਿੱਦਾਂ ਮਿਸ਼ਰਤ ਧਾਤ ਦੇ ਮੈਂ ਤੁਹਾਨੂੰ ਕਿਹਾ ਕਿ ਪ੍ਰੋਪਰਟੀਜ਼ ਨਾ ਫਰਕ ਹੁੰਦੀਆਂ। ਕਿਉਂ? ਕਿਉਂਕਿ ਜਿੱਦਾਂ ਬਿਜਲੀ ਚਾਲਕਤਾ ਹੈ ਨਾ, ਅਤੇ ਪਿਘਲਨ ਤਾਪ ਸੰਬੰਧ, ਸ਼ੁੱਧ ਟਾਕਰੇ, ਸ਼ੁੱਧ ਜਿੱਦਾਂ ਹੁਣ ਆਪਾਂ ਕਹੀਏ ਕਿ ਕਾਪਰ ਇਜ਼ ਵੈਰੀ ਮੱਚ ਆਪਾਂ ਤਾਰਾਂ 'ਚ ਯੂਜ਼ ਕਰਦੇ ਹਾਂ, ਮਤਲਬ ਇਹਦੀ ਬਿਜਲੀ ਚਾਲਕਤਾ ਬਹੁਤ ਅੱਛੀ ਹੈ, ਪਰ ਬ੍ਰਾਸ ਦੀ ਉਨੀ ਅੱਛੀ ਨਹੀਂ ਹੈ। ਅਗਲੀ ਗੱਲ ਕਰਾਂਗੇ ਬ੍ਰੌਂਜ਼। ਬ੍ਰੌਂਜ਼ ਮੈਡਲ ਮਿਲਦਾ ਹੈ ਜੀ, ਮੈਡਲ ਮਿਲਦਾ ਗੋਲਡ ਮੈਡਲ, ਸਿਲਵਰ ਮੈਡਲ ਤੇ ਬ੍ਰੌਂਜ਼। ਕਦੀ ਸੋਚਿਆ ਬ੍ਰੌਂਜ਼ ਕਾਹਦਾ ਬਣਿਆ ਹੁੰਦਾ? ਕਾਂਸਾ, ਦੈਟ ਇਜ਼ ਕਾਪਰ, ਔਰ SN ਨੂੰ ਆਪਾਂ ਕਹਿੰਦੇ ਆ ਟਿਨ। ਪੀਰੀਓਡਿਕ ਟੇਬਲ 'ਚ ਇਹਦੇ ਸਿੰਬਲ ਤੇ ਬੜੀ ਕਨਫਿਊਜ਼ਨ ਹੁੰਦੀ ਹੈ ਟਿਨ ਦੇ। ਕਿਉਂ? ਕਿਉਂਕਿ ਟਿਨ ਤੇ SN, ਠੀਕ ਹੈ ਨਾ, ਇਹ ਵੀ ਕਦੀ ਡਿਸਕਸ ਕਰਾਂਗੇ ਟਾਈਮ ਲੱਗਾ ਤੇ ਕਿ ਕਿੱਦਾਂ ਇਹ ਸਿੰਬਲਸ ਬਣੇ। ਬ੍ਰੌਂਜ਼ ਦੀ ਗੱਲ ਕਰਦੀ ਪਈਆਂ, ਕਾਂਸਾ ਤੇ ਬੇਟਾ CUSN, ਠੀਕ ਹੈ। ਯਾਦ ਰੱਖੋ ਕਜ਼ਨ ਤੋਂ। ਕਜ਼ਨ ਅਗੇਨ ਮੈਂ ਕਹਾਂ CU is your copper and SN is your tin and the alloy is bronze। ਬ੍ਰੌਂਜ਼ ਬੇਸਿਕਲੀ ਯੂਜ਼ ਹੁੰਦਾ ਮੈਡਲਸ 'ਚ, ਬੁਸ਼ਿੰਗ 'ਚ, ਬੀਅਰਿੰਗਸ 'ਚ, ਇਹਨਾਂ ਸਾਰਿਆਂ 'ਚ ਬ੍ਰੌਂਜ਼ ਯੂਜ਼ ਹੁੰਦਾ, ਜਿਹੜਾ ਕਿਹਦਾ ਬਣਿਆ ਹੋਇਆ? ਕਾਪਰ ਅਤੇ ਟਿਨ ਦਾ, ਠੀਕ ਹੈ ਨਾ ਬੇਟਾ। ਜਿਹੜਾ ਇਹ ਬ੍ਰੌਂਜ਼ ਹੈ, ਇਹ ਮਿਸ਼ਰਤ ਧਾਤ ਜਿਹੜੀ ਕਾਂਸੀ ਹੈ, ਇਹ ਬਿਜਲੀ ਦੀ ਚੰਗੀ ਚਾਲਕ ਨਹੀਂ ਹੈ, ਪਰੰਤੂ ਕਾਪਰ ਦਾ ਉਪਯੋਗ ਬਿਜਲੀ ਸਰਕਟ ਬਣਾਉਣ ਲਈ ਕੀਤਾ ਜਾਂਦਾ ਹੈ। ਮਤਲਬ ਪ੍ਰੋਪਰਟੀਜ਼ ਸੇਮ ਨਹੀਂ ਰਹੀਆਂ, ਪ੍ਰੋਪਰਟੀਜ਼ ਬਦਲ ਗਈਆਂ। ਸੋ ਬ੍ਰੌਂਜ਼ ਨੂੰ ਯਾਦ ਕਰਨ ਦੀ ਤਰੀਕਾ ਕੀ ਹੈ? ਕਜ਼ਨ ਨੂੰ ਯਾਦ ਕਰੋਗੇ ਤੇ ਬ੍ਰੌਂਜ਼ ਨੂੰ ਯਾਦ ਕਰ ਲੋਗੇ ਬੇਟਾ। ਤੇ ਇੱਕ ਗੱਲ ਮੇਰੀ ਹੋਰ, ਯੂਜ਼ ਵੀ ਇਹਦਾ ਯਾਦ ਕਰ ਲਓ। ਯੂਜ਼ ਵੀ ਮੈਂ ਤੁਹਾਨੂੰ ਯਾਦ ਕਰਾਤਾ ਮੈਡਲਸ ਤੋਂ। ਕਿਤੋਂ ਯਾਦ ਕਰਾਤਾ? ਮੈਡਲਸ ਤੋਂ ਜੀ। ਗੋਲਡ ਮੈਡਲ ਆਇਆ ਮੇਰਾ ਜੀ, ਸਿਲਵਰ ਮੈਡਲ ਆਇਆ ਤੇ ਬ੍ਰੌਂਜ਼ ਆਇਆ, ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਬ੍ਰੌਂਜ਼ ਕਾਹਦਾ ਬਣਿਆ ਹੁੰਦਾ? ਬ੍ਰੌਂਜ਼ ਬਣਿਆ ਹੁੰਦਾ ਕਾਪਰ ਤੇ ਟਿਨ ਦਾ। ਕਜ਼ਨ, ਠੀਕ ਹੈ। ਨਾਓ ਫੋਰਥ ਜਿਹੜਾ ਮੈਂ ਲਿਆ ਹੈ ਤੁਹਾਡੇ ਕੋ ਅੱਜ, ਬਹੁਤ ਇੰਪੋਰਟੈਂਟ ਲਿਆ ਹੈ, ਸੋਲਡਰ, ਠੀਕ ਹੈ ਨਾ ਬੇਟਾ। ਜਿਹੜਾ ਲੈਡ ਤੇ ਟਿਨ ਦਾ ਇਹ ਬਣਿਆ ਹੁੰਦਾ ਹੈ। ਸੋਲਡਰ ਦਾ ਪਿਘਲਨ ਤਾਪ ਅੰਕ ਬਹੁਤ ਘੱਟ ਹੁੰਦਾ ਹੈ। ਇਸ ਦਾ ਉਪਯੋਗ ਬਿਜਲੀ ਦੀਆਂ ਤਾਰਾਂ ਨੂੰ ਆਪਸ ਵਿੱਚ ਜੋੜਨ ਵਿੱਚ ਕੀਤਾ ਜਾਂਦਾ ਹੈ ਬੇਟਾ। ਇਹਨੂੰ ਬਿਜਲੀ ਦੀਆਂ ਤਾਰਾਂ ਨੂੰ ਆਪਸ ਵਿੱਚ ਜੋੜਨ ਵਿੱਚ ਕੀਤਾ ਜਾਂਦਾ ਹੈ, ਠੀਕ ਹੈ ਨਾ। ਤੇ ਬੇਟਾ ਜਿਹੜਾ ਸੋਲਡਰ ਹੈ ਨਾ, ਇਹ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਇਸ ਦਾ ਪਿਘਲਨ ਤਾਪ ਬਹੁਤ ਘੱਟ ਹੁੰਦਾ ਹੈ। ਤੇ ਬਣਿਆ ਕਾਹਦਾ ਹੈ? PB ਕਿਹਨੂੰ ਕਹਿੰਦੇ ਆ ਜੀ? PB ਵੀ ਕਿਸੇ ਨੂੰ ਕਹਿੰਦੇ ਆ। ਕਿਹਨੂੰ ਕਹਿੰਦੇ ਆ? ਲੈਡ। ਕਿਹਨੂੰ ਕਹਿੰਦੇ ਆ? ਲੈਡ। ਤੇ SN ਤਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿਹਨੂੰ ਕਹਿੰਦੇ ਆ? ਟਿਨ। ਇੱਕ ਦਾ ਨਾਮ ਤੋਂ, ਲੈਡ ਤੋਂ ਬਣ ਗਿਆ ਜੀ ਸਾਡਾ ਲੇਡੀ, ਠੀਕ ਹੈ। ਤੇ ਸੋਲਜਰ ਤੋਂ ਸਾਡਾ ਕੀ ਬਣ ਗਿਆ? ਟਿਨ। ਲੇਡੀ ਸੋਲਜਰ। ਯਾਨੀ ਸੋਲਡਰ 'ਚ ਕਿਹੜੇ ਕਿਹੜੇ ਹੁੰਦੇ ਨੇ ਧਾਤ? ਕਿਹੜੇ ਕਿਹੜੇ ਧਾਤ ਹੁੰਦੇ ਨੇ ਸੋਲਡਰ 'ਚ? ਲੈਡ ਤੇ ਟਿਨ। ਕਿਹੜੇ ਕਿਹੜੇ ਹੁੰਦੇ ਨੇ? ਲੈਡ ਤੇ ਟਿਨ। ਯੂਜ਼ ਤੁਹਾਨੂੰ ਮੈਂ ਇਹਦਾ ਦੱਸ ਦਿੱਤਾ ਕਿ ਸੋਲਡਰ ਦਾ ਜਿਹੜਾ ਯੂਜ਼ ਹੈ ਉਹ ਬਿਜਲੀ ਦੀਆਂ ਜਿਹੜੀਆਂ ਤਾਰਾਂ ਹੁੰਦੀਆਂ ਉਹਨਾਂ ਨੂੰ ਆਪਸ ਵਿੱਚ ਜੋੜਨ ਲਈ ਕੀਤਾ ਜਾਂਦਾ ਹੈ, ਠੀਕ ਹੈ। ਕਨੈਕਸ਼ਨਸ ਲਈ ਬੇਸਿਕਲੀ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਅੱਗੇ ਗੱਲ ਕਰਦੀ ਹਾਂ ਜਰਮਨ ਸਿਲਵਰ ਦੀ। ਬੇਟਾ ਹਾਰਡਨੈਸ ਤੇ ਟਫਨੈਸ ਜਰਮਨ ਸਿਲਵਰ ਦੀ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਇਹਦਾ ਕੋਡ ਮੈਂ ਕਿੱਦਾਂ ਬਣਾਇਆ ਹੈ? ਨੇਤਾਜੀ। ਪਹਿਲੇ ਤਾਂ ਦੇਖੋ ਇਹ ਕਿਹੜੇ ਤਿੰਨ ਧਾਤਾਂ ਨਾਲ ਮਿਲ ਕੇ ਬਣਿਆ? ਨਿਕਲ, ਤਾਂਬਾ ਤੇ ਜ਼ਿੰਕ। ਤੁਹਾਨੂੰ ਪਤਾ ਨਾ ਕਾਪਰ ਨੂੰ ਤਾਂਬਾ ਵੀ ਕਹਿੰਦੇ ਆ, ਤਾਂਬਾ,
ਇਹਨੂੰ ਇੰਗਲਿਸ਼ 'ਚ ਜੇ ਮੈਂ ਤਾਂਬੇ ਨੂੰ ਲਿਖਾਂ ਤਾਂ ਮੈਂ ਲਿਖ ਦਾਂਗੀ TAMBA, ਠੀਕ ਹੈ, ਤਾਂਬਾ। ਠੀਕ ਹੈ, ਇਤੋਂ ਹੀ ਕੁਝ ਯਾਦ ਕਰਨ ਲੱਗਿਆ। ਨੇਤਾ ਜੀ ਸੁਭਾਸ਼ ਚੰਦਰ ਤਾਂ ਸਾਰਿਆਂ ਨੇ ਹੀ ਸੁਣੇ ਜੀ, ਜਰਮਨ 'ਚ ਵੀ ਨੇਤਾ ਜੀ ਸੁਭਾਸ਼ ਚੰਦਰ ਜੀ ਨੂੰ ਨੇਤਾ ਜੀ ਕਿਹਾ ਜਾਂਦਾ ਸੀ। N ਫॉर ਨਿਕਲ, ਠੀਕ ਹੈ ਜੀ, T ਫॉर ਤਾਂਬਾ, ਤਾਂਬਾ ਲਿਖਤਾ, G ਫॉर ਜ਼ੈਡਨ, ਨੇਤਾ ਜੀ ਸੁਭਾਸ਼ ਚੰਦਰ, ਇਹਨੂੰ ਕੀ ਕਹਿੰਦੇ ਆ, ਤਾਂਬਾ। ਇੰਗਲਿਸ਼ 'ਚ ਲਿਖਦਾ, that is more clear to you people, T ਤੋਂ ਤੁਹਾਨੂੰ ਯਾਦ ਰਹੇਗਾ, ਤਾਂਬਾ। ਠੀਕ ਹੈ ਬੇਟਾ, ਹੋਪਫੁਲੀ ਤੁਹਾਨੂੰ ਕਲੀਅਰ ਹੋ ਗਿਆ ਕਿ ਜਰਮਨ ਸਿਲਵਰ ਇਜ਼ ਬੇਸਿਕਲੀ ਨਿਕਲ, ਕਾਪਰ ਐਂਡ ਜ਼ਿੰਕ। ਨੇਤਾ ਜੀ ਕਹਿੰਦੇ ਆ ਇਹਨੂੰ, N ਇਜ਼ ਫॉर ਨਿਕਲ, T ਇਜ਼ ਫॉर ਤਾਂਬਾ ਐਂਡ GI ਫॉर ਜ਼ੈਡਨ। ਅੱਗੇ ਗੱਲ ਕਰਦੀ ਆ ਰੋਲਡ ਗੋਲਡ ਦੀ। ਬੇਟਾ ਜਿਹੜਾ ਰੋਲਡ ਗੋਲਡ ਹੈ ਨਾ, that is very important for us. Why? ਕਿ ਜੇ ਮੈਂ ਜਨਰਲੀ ਗੱਲ ਕਰਾਂ ਤੇ ਰੋਲਡ ਗੋਲਡ ਹੈਜ਼ ਅਬਾਊਟ 100 ਟਾਈਮਸ ਮੋਰ ਗੋਲਡ ਦੈਨ ਗੋਲਡ ਪਲੇਟ ਜੁਐਲਰੀ। ਗਹਿਣਿਆਂ 'ਚ ਆਪਾਂ ਕਹਿੰਦੇ ਕਿ ਇਹ ਗੋਲਡ ਪਲੇਟ ਜੁਐਲਰੀ ਹੈ। ਗੋਲਡ ਪਲੇਟ ਜੁਐਲਰੀ ਦੀ ਜੇ ਮੈਂ ਗੱਲ ਕਰਾਂ ਤੇ 100 ਟਾਈਮ ਇਹਦੇ 'ਚ ਗੋਲਡ ਮੋਰ ਹੁੰਦਾ ਹੈ ਰੋਲਡ ਗੋਲਡ 'ਚ। ਠੀਕ ਹੈ ਨਾ ਬੇਟਾ, ਇਹਦੇ ਜਿਹੜੇ ਮੈਟਲਸ ਹੈ ਦੇ ਆਰ then bonded together using heat and rolled into flat sheets for use in jewelry। ਜੁਐਲਰੀ 'ਚ ਇਹਨਾਂ ਨੂੰ ਯੂਜ਼ ਕਰਦੇ ਆ, ਗਹਿਣਿਆਂ 'ਚ। ਤੇ ਗੱਲ ਜੇ ਕਰੀਏ ਆਪਾਂ, ਜਿਹੜਾ ਰੋਲਡ ਗੋਲਡ ਸੀ ਨਾ, ਇਹ ਫਸਟ ਵਾਰੀ ਕ੍ਰੀਏਟ ਹੋਇਆ ਸੀ 19ਵੀਂ ਸੈਂਚੁਰੀ 'ਚ ਇੰਗਲੈਂਡ 'ਚ। ਤੇ ਇੰਨਾ ਕੁਛ ਇਹਦੇ ਬਾਰੇ ਦੱਸ ਦਿੱਤਾ, ਤੇ ਹੁਣ ਦੱਸ ਦਈਏ ਕਿ ਇਹ ਬਣਿਆ ਕਾਹਦਾ ਹੁੰਦਾ ਹੈ। ਇਟ ਇਜ਼ ਬੇਸਿਕਲੀ ਆਫ ਕਾਪਰ ਐਂਡ ਅਲਮੀਨੀਅਮ। ਠੀਕ ਹੈ ਬੇਟਾ, ਹੁਣ ਤੁਸੀਂ ਦੇਖੋ ਕਿ ਗੋਲਡ ਕਿੰਨਾ ਮਹਿੰਗਾ ਹੁੰਦਾ। ਠੀਕ ਹੈ ਬੇਟਾ, ਮੈਂ ਇਹ ਤਾਂ ਨਹੀਂ ਕਹਾਂਗੀ ਕਿ ਕੋਲ ਸਸਤਾ ਹੁੰਦਾ, ਪਰ ਕੋਲ ਜਿਹੜਾ ਹੁੰਦਾ ਗੋਲਡ ਦੇ ਕੰਪੈਰੀਟਿਵ ਤਾਂ ਸਸਤਾ ਹੀ ਹੁੰਦਾ। ਤਾਂ ਤੁਸੀਂ ਗੋਲਡ ਨੂੰ, ਕਾਪਰ ਤੇ ਐਲੂਮੀਨੀਅਮ ਨੂੰ ਕੋਲ ਤੋਂ ਹੀ ਯਾਦ ਕਰਨਾ ਜੀ। C ਇਜ਼ ਫॉर ਯੂਅਰ ਕਾਪਰ, ਕਰ ਲਿਆ ਯਾਦ, ਤੇ A ਇਜ਼ ਫॉर ਯੂਅਰ ਐਲੂਮੀਨੀਅਮ। ਠੀਕ ਹੈ, ਗੋਲਡ ਤੇ ਕੋਲ। ਠੀਕ ਹੈ, ਕੋਲ that is ਕਾਪਰ ਐਂਡ ਐਲੂਮੀਨੀਅਮ। ਠੀਕ ਹੈ ਬੇਟਾ, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਏਗੀ। ਲਾਸਟ ਬਟ ਨॉट ਲੀਸਟ, ਵੈਰੀ ਇੰਪੋਰਟੈਂਟ, ਗਨ ਮੈਟਲ। ਗਨ ਸੀ, ਗਨ ਮੈਟਲ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ, ਇਟ ਇਜ਼ ਬੇਸਿਕਲੀ ਯੂਜ਼ਡ ਫॉर ਮੇਕਿੰਗ ਗਨਸ। ਗਨਸ ਲਈ ਇਹ ਬਹੁਤ ਇੰਪੋਰਟੈਂਟ ਹੈ, ਯੂਜ਼ਫੁਲ ਹੈ। ਠੀਕ ਹੈ ਬੇਟਾ, ਜਿਹੜੀ ਇਹ ਹੈ ਕਿ ਬੇਸਿਕਲੀ ਇਹ ਜਿਹੜਾ ਹੁੰਦਾ ਨਾ, ਇਹ ਮਸ਼ੀਨ ਰੈਜ਼ਿਸਟੈਂਟ ਟੂ ਕਰੋਜਨ ਹੁੰਦੀ ਹੈ। ਗਨ ਨੂੰ ਕਿਤੇ ਛੇਤੀ ਜੰਗਾਲ ਨਹੀਂ ਲੱਗਦਾ। ਕਿਉਂ? ਬਿਕੋਜ਼ ਇਟ ਇਜ਼ ਮੇਡ ਅਪ ਆਫ ਯੂਅਰ ਦਿਸ ਗਨ ਮੈਟਲ, ਹੈ ਨਾ। ਗਨ ਮੈਟਲ ਇਜ਼ ਬੇਸਿਕਲੀ ਯੂਅਰ, ਮਤਲਬ ਯੂਅਰ ਯੂਜ਼ਸ ਇਨ ਗਨ। ਠੀਕ ਹੈ, ਹੁਣ ਅੱਗੇ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਕੀ ਕੀ ਹੁੰਦਾ ਹੈ ਅਤੇ ਕਿੱਦਾਂ ਹੁੰਦਾ ਹੈ। ਬੇਟਾ ਜ਼ਿੰਕ ਹੁੰਦਾ ਹੈ ਇਹਦੇ ਵਿੱਚ ਗਨ ਮੈਟਲ 'ਚ, then your copper and then your tin. Gunmetal cast and machines well and is resistant to corrosion from steam and salt water. ਦੋਨਾਂ ਤੋਂ ਗਨਸ ਨੂੰ ਬਚਾਉਂਦੇ ਆ। ਤੇ ਇਹਨੂੰ ਯਾਦ ਕਿੱਦਾਂ ਕਰਨਾ ਬੇਟਾ, ਸਟੈਚੂਜ਼ 'ਚ ਵੀ ਯੂਜ਼ ਹੁੰਦਾ। ਇਹਨੂੰ ਯਾਦ ਕਰਨਾ, ਗਨ ਸੀ ਜੀ ਸਾਡੇ ਕੋ, ਗਨ ਅਸੀਂ ਪਾਲੀ ਕਿਹਦੇ 'ਚ, ਪਾਲੀ ਅਸੀਂ ਜੈਕਟ 'ਚ। ਕਿੱਦਾਂ ਯਾਦ ਕਰਾਂਗੇ, ਜੈਕਟ 'ਚ। ਜੈਕਟ 'ਚ ਯਾਨੀ Zn is your zinc, C is your copper and T is your tin। ਗਨ ਪਾਲੀ ਅਸੀਂ ਜੈਕਟ 'ਚ, ਤੇ ਜੈਕਟ ਤੋਂ ਅਸੀਂ ਇਹਦਾ ਕੋਡ ਯਾਦ ਕਰ ਲਿਆ। ਕੋਡ ਕਿੱਦਾਂ ਯਾਦ ਕੀਤਾ, ਜ਼ਿੰਕ, Zn ਜ਼ਿੰਕ, Cu ਕਾਪਰ ਐਂਡ Sn ਟਿਨ। ਹੋਪ ਕਰਦੀ ਹਾਂ ਕਿ ਇਹ ਜਿਹੜੇ 6 ਜਾਂ 7 ਅਲਾਈਜ਼ ਮੈਂ ਲਏ ਆ ਤੁਹਾਨੂੰ ਸਮਝ ਆਏ ਹੋਣਗੇ। ਉਮੀਦ ਕਰਦੀ ਹਾਂ ਕਿ ਇੱਦਾਂ ਹੀ ਮੇਰੀ ਵੀਡੀਓਜ਼ ਦੇ ਨਾਲ ਮੇਰੇ ਨਾਲ ਬਣੇ ਰਹੋਗੇ। ਬੇਟਾ ਜੇ ਹੁਣ ਤੱਕ ਤੁਸੀਂ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਹੋਪਫੁਲੀ ਕਿ ਇਸ ਵੀਡੀਓ ਤੇ ਦੇਖਣ ਤੋਂ ਬਾਅਦ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋਗੇ। ਟਿਲ ਦੈਨ, ਗੁੱਡ ਬਾਏ।